ਸਵਾਗਤ ਹੈ ਜੀ ਤੁਹਾਡਾ ਮਾਨ ਕਲਾਸਿਸ ਦੇ ਵਿੱਚ। ਲੈਕਚਰ ਨੰਬਰ ਤੀਜਾ ਜੀ। ਇਹ ਤੋਂ ਪਹਿਲਾਂ ਆਪਾਂ ਕੌਂਸਟੀਟਿਊਸ਼ਨ ਅਤੇ ਸਾਇਲੈਂਟ ਫੀਚਰਸ ਆਫ ਕੌਂਸਟੀਟਿਊਸ਼ਨ ਦੇ ਬਾਰੇ ਵਿੱਚ ਪੜ੍ਹ ਚੁੱਕੇ ਹਾਂ। ਇਸ ਵੀਡੀਓ ਦੇ ਵਿੱਚ ਆਪਾਂ ਜਿਹੜਾ ਹੈਗਾ ਉਹ ਮੇਨਲੀ ਕਰਾਂਗੇ ਸ਼ਡਿਊਲਸ ਆਫ ਇੰਡੀਅਨ ਕੌਂਸਟੀਟਿਊਸ਼ਨ। ਜਿਹੜਾ ਇੰਡੀਅਨ ਸੰਵਿਧਾਨ ਆ ਉਹਦੇ ਵਿੱਚ ਕਿੰਨੇ ਸ਼ਡਿਊਲ ਨੇ ਉਹਦੇ ਬਾਰੇ ਸਾਰੀ ਆਪਾਂ ਜਾਣਕਾਰੀ ਲਵਾਂਗੇ। ਸ਼ਡਿਊਲਸ ਆਫ ਇੰਡੀਅਨ ਕੌਂਸਟੀਟਿਊਸ਼ਨ। ਇੰਡੀਅਨ ਕੌਂਸਟੀਟਿਊਸ਼ਨ ਦੇ ਵਿੱਚ ਕੁੱਲ 12 ਸ਼ਡਿਊਲਸ ਨੇ, 12 ਸ਼ਡਿਊਲ ਨੇ। ਇਹ ਲਿਸਟ ਆ ਸਾਰੇ ਜਿਹੜਾ ਬਾਕਸ ਬਣਾਇਆ ਹੋਇਆ, ਇਹਦੇ ਵਿੱਚ 12 ਦੇ 12 ਸ਼ਡਿਊਲ ਦੇ ਬਾਰੇ ਵਿੱਚ ਇੱਕ ਇੱਕ ਕਰਕੇ ਡਿਸਕਸ਼ਨ ਕਰਾਂਗੇ ਜੀ। ਜਿਹੜਾ ਫਸਟ ਸ਼ਡਿਊਲ ਆ ਉਹ ਕਾਹਦੇ ਬਾਰੇ ਆ? ਇੰਡੀਅਨ ਕੌਂਸਟੀਟਿਊਸ਼ਨ ਦੇ ਵਿੱਚ ਫਸਟ ਸ਼ਡਿਊਲ ਉਹ ਹੈਗਾ ਨੇਮ ਆਫ ਸਟੇਟਸ। ਜਿਹੜੀਆਂ ਸਟੇਟਸ ਨੇ ਜਾਂ ਯੂਟੀਜ਼ ਨੇ, ਯੂਨੀਅਨ ਟੈਰੀਟਰੀਜ਼, ਉਹਨਾਂ ਦੇ ਨਾਮ ਅਤੇ ਟੈਰੀਟੋਰੀਅਲ ਯੂਰਿਸਡਿਕਸ਼ਨ ਦੇ ਬਾਰੇ, ਵੀ ਉਹਨਾਂ ਦੀ ਜਿਹੜੀ ਟੈਰੀਟਰੀ ਆ, ਉਹਨਾਂ ਦਾ ਜਿਹੜਾ ਏਰੀਆ ਹੈਗਾ ਉਹ ਕਿੱਥੋਂ ਤੱਕ ਲਾਈ ਕਰਦਾ, ਅਤੇ ਉਹਨਾਂ ਦੇ ਜਿਹੜੇ ਸਟੇਟਸ ਨੇ ਉਹਨਾਂ ਦੇ ਰੂਲ ਨੇ ਕਿ ਕਿਹੜੇ ਸਪੈਸੀਫਿਕ ਏਰੀਏ ਤੱਕ ਮਤਲਬ ਲਾਗੂ ਰਹਿਣਗੇ। ਅਤੇ ਸੈਕਿੰਡ ਸ਼ਡਿਊਲ ਆ ਜਾਂਦਾ ਜੀ ਅਬਾਊਟ ਦੀ ਹੋਰ ਪਬਲਿਕ ਆਫਿਸਿਸ ਦੇ ਬਾਰੇ। ਜਿਵੇਂ ਮੰਨ ਲਓ ਪ੍ਰੈਜ਼ੀਡੈਂਟ ਹੋ ਗਿਆ, ਜੱਜ ਹੋ ਗਏ, ਕੰਪਟਰੋਲਰ ਐਂਡ ਆਡੀਟਰ ਜਨਰਲ ਹੋ ਗਏ, ਠੀਕ ਆ। ਇਹਨਾਂ ਨੂੰ ਤੇ ਕਿੰਨੇ ਅਲਾਊਂਸ ਮਿਲਦੇ ਨੇ, ਕਿੰਨੀ ਸੈਲਰੀ ਮਿਲਣੀ ਆ, ਇਹਨਾਂ ਦੀਆਂ ਕੀ ਸ਼ਰਤਾਂ ਨੇ ਇਹਨਾਂ ਨੂੰ ਨਿਯੁਕਤ ਕਰਨ ਦੇ ਲਈ, ਕਿੰਨਾ ਟਾਈਮ ਪੀਰੀਅਡ ਆ ਇਹਨਾਂ ਨੂੰ ਨਿਯੁਕਤ ਕਰਨ ਦੇ ਲਈ, ਉਹ ਸਾਰਾ ਕੁਝ ਜਿਹੜਾ ਹੈਗਾ ਉਹ ਆਪਣਾ ਦੂਜੇ ਸ਼ਡਿਊਲ ਦੇ ਵਿੱਚ ਇੰਡੀਅਨ ਕੌਂਸਟੀਟਿਊਸ਼ਨ ਦੇ ਵਿੱਚ ਐਂਟਰ ਕੀਤਾ ਗਿਆ। ਥਰਡ ਸ਼ਡਿਊਲ ਆ ਜਾਂਦਾ, ਹੁਣ ਮੰਨ ਲਓ ਕੋਈ ਵੀ ਬੰਦਾ ਪ੍ਰੈਜ਼ੀਡੈਂਟ ਬਣਾਇਆ ਜਾਂ ਜੱਜ ਇਲੈਕਟਡ ਕੀਤਾ ਗਿਆ, ਜੱਜ ਸਿਲੈਕਟ ਕੀਤਾ ਜਾਂ ਪ੍ਰੈਜ਼ੀਡੈਂਟ ਇਲੈਕਟਡ ਕੀਤਾ ਗਿਆ, ਤਾਂ ਉਹਨਾਂ ਨੂੰ ਸਹੁੰ ਚੁਕਾਈ ਜਾਂਦੀ ਆ ਦਫ਼ਤਰ ਦੇ ਵਿੱਚ ਉਹਨਾਂ ਨੂੰ ਅਹੁਦਾ ਸੰਭਾਲਣ ਤੋਂ ਪਹਿਲਾਂ। ਸੋ ਜਿਹੜਾ ਥਰਡ ਸ਼ਡਿਊਲ ਆ ਉਹ ਆਪਣਾ ਡਿਪੈਂਡ ਆ ਗਿਆ ਔਨ ਦੀ ਫਾਰਮਸ ਆਫ ਓਥ ਐਂਡ ਅਫਰਮੇਸ਼ਨਸ ਆਫ ਆਫਿਸਿਸ ਫॉर ਇਲੈਕਟਡ ਅਫੀਸ਼ੀਅਲਸ ਇੰਕਲੂਡਿੰਗ ਜੱਜਿਸ। ਸੋ ਜਿੰਨੇ ਵੀ ਇਹ ਇਲੈਕਟਡ ਅਫੀਸ਼ੀਅਲਸ ਨੇ ਜਾਂ ਜਿੰਨੇ ਵੀ ਇਹ ਉੱਚ ਅਹੁਦਿਆਂ ਦੇ ਉੱਤੇ ਨੇ, ਜਿਵੇਂ ਜੱਜ ਹੋ ਗਏ, CAG ਹੋ ਗਏ, ਇਹ ਸਾਰੇ ਜਿੰਨੇ ਵੀ ਉੱਚ ਅਹੁਦਿਆਂ ਦੇ ਉੱਤੇ ਲੋਕ ਬਹਿੰਦੇ ਨੇ ਜਾਂ ਇਲੈਕਟਡ ਕੀਤੇ ਜਾਂਦੇ ਨੇ ਜਾਂ ਕਿਸੇ ਪ੍ਰੋਸੈਸ ਰਾਹੀਂ ਉਹਨਾਂ ਨੂੰ ਨਿਯੁਕਤ ਕੀਤਾ ਜਾਂਦਾ, ਤਾਂ ਉਹਨਾਂ ਨੂੰ ਸਹੁੰ ਚੁਕਾਈ ਜਾਂਦੀ ਹੈ ਵੀ ਉਹ ਜਿਹੜੇ ਸਾਰੇ ਜਿੰਨਾ ਚਿਰ ਉਸ ਆਫਿਸ ਦੇ ਵਿੱਚ ਕੰਮ ਕਰਨਗੇ ਉਹਨਾਂ ਚਿਰ ਉਹ ਸੰਵਿਧਾਨ ਦੇ ਪ੍ਰਤੀ ਵਫਾਦਾਰ ਰਹਿਣਗੇ। ਸੋ ਜੇ ਆਪਾਂ ਤਿੰਨੇ ਸ਼ਡਿਊਲਾਂ ਨੂੰ ਧਿਆਨ ਨਾਲ ਦੇਖੀਏ, ਇਹਨਾਂ ਪਹਿਲੇ ਤਿੰਨਾਂ ਸ਼ਡਿਊਲਾਂ ਨੂੰ, ਪਹਿਲਾ ਆ ਗਿਆ ਜੀ ਸਟੇਟ। ਕੋਈ ਵੀ ਏਰੀਆ ਉਹਨੂੰ ਸਟੇਟ ਕਿਹਾ ਜਾਂਦਾ ਜਿੱਥੇ ਕਿ ਕੋਈ ਨਾ ਕੋਈ ਸਰਕਾਰ ਹੈ ਜਿਹੜੀ ਰੂਲ ਕਰਦੀ ਹੈ। ਸੋ ਪਹਿਲਾ ਸ਼ਡਿਊਲ ਰਿਲੇਟਡ ਟੂ ਸਟੇਟ। ਸਟੇਟ ਚਲਾਉਣ ਵਾਸਤੇ ਪਬਲਿਕ ਆਫਿਸ ਦੇ ਵਿੱਚ ਸਰਕਾਰ ਚਾਹੀਦੀ ਆ। ਸੋ ਦੂਜਾ ਸ਼ਡਿਊਲ ਕਾਹਦੇ ਨਾਲ ਡਿਪੈਂਡ ਆ ਗਿਆ? ਰਿਲੇਟਡ ਟੂ ਹਾਇਰ ਰਿਸਪੋਂਸੀਬਿਲਿਟੀ ਆਫਿਸਿਸ। ਤੀਜਾ ਆ ਜਾਂਦਾ ਜਿਹੜੇ ਵੀ ਬੰਦੇ ਇਹਨਾਂ ਦਫ਼ਤਰਾਂ ਦੇ ਵਿੱਚ ਜਾਂ ਇਹਨਾਂ ਪੋਸਟਾਂ ਦੇ ਵਿੱਚ ਉੱਚ ਅਹੁਦਿਆਂ ਦੇ ਵਿੱਚ ਨਿਯੁਕਤ ਕੀਤੇ ਜਾਂਦੇ ਨੇ ਜਾਂ ਇਲੈਕਟਡ ਕੀਤੇ ਜਾਂਦੇ ਨੇ, ਤਾਂ ਉਹਨਾਂ ਨੂੰ ਸਹੁੰ ਚੁਕਾਉਣ ਦਾ। ਸੋ ਇਹ ਪਹਿਲੇ ਸ਼ਡਿਊਲ ਇੱਕ ਦੂਜੇ ਦੇ ਨਾਲ ਰਿਲੇਟਡ ਆ ਗਏ। ਉਦੋਂ ਚਲੋ ਬੰਦਾ ਇਲੈਕਟਡ ਕੀਤਾ, ਉਦੋਂ ਬਾਅਦ ਆ ਗਿਆ ਸਟੇਟਸ ਨੂੰ। ਜਿਹੜੇ ਸਟੇਟਸ ਨੇ ਇਹਨਾਂ ਨੂੰ ਕਿੰਨੀਆਂ ਸੀਟਾਂ ਦਿੱਤੀਆਂ ਜਾਂਦੀਆਂ ਨੇ ਰਾਜ ਸਭਾ ਦੇ ਵਿੱਚ। ਸੋ ਆਪਣਾ ਚੌਥਾ ਸ਼ਡਿਊਲ ਕੀ ਆ ਗਿਆ? ਐਲੋਕੇਸ਼ਨ ਆਫ ਸੀਟਸ ਇਨ ਦੀ ਰਾਜ ਸਭਾ ਐਂਡ ਯੂਨੀਅਨ ਟੈਰੀਟਰੀਜ਼। ਸਟੇਟਾਂ ਅਤੇ ਯੂਨਿਟੀ ਨੂੰ ਕਿੰਨੀਆਂ ਰਾਜ ਸਭਾ ਦੀਆਂ ਸੀਟਾਂ ਦਿੱਤੀਆਂ ਜਾਂਦੀਆਂ ਨੇ, ਇਹ ਫੋਰਥ ਸ਼ਡਿਊਲ ਦੇ ਵਿੱਚ ਆ ਗਿਆ। ਸਟੇਟ ਆ ਗਿਆ, ਸਟੇਟ ਨੂੰ ਰਾਜ ਸਭਾ ਦੀਆਂ ਸੀਟਾਂ ਦਿੱਤੀਆਂ ਜੀ। ਉਸ ਤੋਂ ਬਾਅਦ ਆ ਗਿਆ ਐਡਮਿਨਿਸਟ੍ਰੇਸ਼ਨ। ਮੰਨ ਲਓ ਇਹ ਪਬਲਿਕ ਆਫਿਸ ਤਾਂ ਹੈਗੇ ਨੇ, ਇਹਨਾਂ ਦਾ ਕੰਮ ਕੀ ਆ? ਐਡਮਿਨਿਸਟ੍ਰੇਸ਼ਨ ਦਾ। ਸੋ ਪੰਜਵਾਂ ਸ਼ਡਿਊਲ ਕਾਹਦੇ ਨਾਲ ਸੰਬੰਧਿਤ ਆ ਗਿਆ ਆਪਣਾ? ਪੰਜਵਾਂ ਸ਼ਡਿਊਲ ਸੰਬੰਧਿਤ ਆ ਗਿਆ ਪ੍ਰੋਵੀਜ਼ਨਸ ਐਸ ਟੂ ਐਡਮਿਨਿਸਟ੍ਰੇਸ਼ਨ ਐਂਡ ਕੰਟਰੋਲ ਆਫ ਸ਼ਡਿਊਲਡ ਏਰੀਆਜ਼ ਐਂਡ ਸ਼ਡਿਊਲਡ ਟਰਾਈਬਸ। ਉਵੇਂ ਛੇਵਾਂ ਸ਼ਡਿਊਲ ਆ ਉਹ ਰਿਲੇਟਡ ਹੈਗਾ ਐਡਮਿਨਿਸਟ੍ਰੇਸ਼ਨ ਆਫ ਟਰਾਈਬਲ ਏਰੀਆਜ਼। ਇੱਥੇ ਸ਼ਡਿਊਲਡ ਏਰੀਆਜ਼ ਐਂਡ ਸ਼ਡਿਊਲਡ ਟਰਾਈਬਸ,
ਛੇਵੇਂ ਦੇ ਵਿੱਚ ਆ ਜਾਂਦਾ ਟਰਾਈਬਲ ਏਰੀਆਜ਼ ਸਪੈਸ਼ਲੀ ਇਨ ਦੀ ਸਟੇਟਸ ਆਫ ਅਸਾਮ, ਮੇਘਾਲਿਆ, ਤ੍ਰਿਪੁਰਾ ਐਂਡ ਮਿਜ਼ੋਰਮ। ਸੋ ਛੇਵੇਂ ਸ਼ਡਿਊਲ ਦੇ ਵਿੱਚ 4 ਸਟੇਟਸ ਦਾ ਜ਼ਿਕਰ ਆ ਜਿੱਥੇ ਕਿ ਟਰਾਈਬਲ ਏਰੀਆਜ਼ ਨੇ, ਉਹਨਾਂ ਦੇ ਐਡਮਿਨਿਸਟ੍ਰੇਸ਼ਨ ਸੰਬੰਧੀ ਖਾਸ ਪ੍ਰੋਵੀਜ਼ਨਸ ਨੇ ਜਿਹੜੀਆਂ ਉਹ ਆਪਣੇ ਸੰਵਿਧਾਨ ਦੇ ਵਿੱਚ ਲਿਖੀਆਂ ਗਈਆਂ ਨੇ, ਲਾਗੂ ਕੀਤੀਆਂ ਗਈਆਂ ਨੇ। ਠੀਕ ਹੈ ਜੀ। ਅਤੇ ਛੇਵੇਂ ਸ਼ਡਿਊਲ ਤੱਕ ਐਡਮਿਨਿਸਟ੍ਰੇਸ਼ਨ ਦੇ ਸੰਬੰਧੀ ਆ ਗਿਆ। 7ਵਾਂ ਸ਼ਡਿਊਲ ਆ ਗਿਆ ਜੀ ਆਪਣੇ ਰਿਲੇਟਡ ਟੂ ਯੂਨੀਅਨ ਸਟੇਟ ਐਂਡ ਕੌਂਕਰੈਂਟ ਲਿਸਟ। ਇਹ ਕੀ ਆ? ਸੈਂਟਰ ਦੇ ਵਿੱਚ ਸੈਂਟਰ ਦੀ ਗੌਰਮੈਂਟ ਰਾਜ ਕਰਦੀ ਆ, ਸਟੇਟਾਂ ਦੇ ਵਿੱਚ ਹਰੇਕ ਸਟੇਟ ਦੀ ਆਪੋ ਆਪਣੀ ਗੌਰਮੈਂਟ ਹੁੰਦੀ ਹੈ। ਸੋ ਕੁਝ ਅਜਿਹੇ ਸਬਜੈਕਟ ਨੇ, ਸਾਰੇ ਜਿੰਨੇ ਵੀ ਰੂਲ ਕੀਤੇ ਜਾਂਦੇ ਨੇ, ਕੁਝ ਅਜਿਹੇ ਸਬਜੈਕਟ ਨੇ ਜਿਹੜੇ ਸੈਂਟਰਲੀ ਤੇ ਵਿਊ ਪੁਆਇੰਟ ਤੋਂ ਅਪਾਉਂਟਡ ਨੇ, ਅਤੇ ਕੁਝ ਅਜਿਹੇ ਦੇ ਮੁੱਦੇ ਨੇ ਜਾਂ ਅਜਿਹੇ ਵਿਸ਼ੇ ਨੇ ਜਿਹੜੇ ਕਿ ਇੱਕ ਸਟੇਟ ਦੇ ਅੰਡਰ ਹੋਣੇ ਚਾਹੀਦੇ ਆ। ਉਹ ਕਿਵੇਂ? ਮੰਨ ਲਓ ਰਿਲੇਟਡ ਟੂ ਡਿਫੈਂਸ ਆ ਗਿਆ। ਜੇ ਡਿਫੈਂਸ ਦੇ ਵਿੱਚ ਦੇਖੀ ਜਾਵੇ ਤਾਂ ਇੰਡੀਆ ਇੱਕ ਪੂਰਾ ਦੇਸ਼ ਆ, ਇਹਦੀ ਡਿਫੈਂਸ ਦਾ ਕੰਟਰੋਲ ਸਿਸਟਮ ਕੀ ਆ? ਇੱਕ ਸੈਂਟਰ ਦੇ ਕੋਲੇ ਹੋਣਾ ਚਾਹੀਦਾ, ਜਿਹੜਾ ਕਿ ਯੂਨੀਅਨ ਲਿਸਟ ਦੇ ਵਿੱਚ ਆ ਜਾਂਦਾ। ਉਹ ਤੋਂ ਬਾਅਦ ਐਗਰੀਕਲਚਰ ਆ ਗਿਆ। ਐਗਰੀਕਲਚਰ ਹਰੇਕ ਸਟੇਟ ਦੀ ਆਪੋ ਆਪਣੀ ਅਲੱਗ-ਅਲੱਗ ਆ। ਸੋ ਇਹ ਐਗਰੀਕਲਚਰ ਕੀ ਆ? ਸਟੇਟ ਦਾ ਵਿਸ਼ਾ ਹੈਗਾ। ਉਵੇਂ ਵਪਾਰ ਦਾ ਵਿਸ਼ਾ ਆ ਗਿਆ। ਵਪਾਰ ਦੇ ਵਿੱਚ ਦੋਨੇ ਯੂਨੀਅਨ ਵੀ ਅਤੇ ਸੈਂਟਰ ਦੀ ਸਰਕਾਰ ਵੀ ਅਤੇ ਸਟੇਟਾਂ ਦੀ ਸਰਕਾਰ ਆਪੋ ਆਪਣੇ ਟੈਕਸ ਲਗਾ ਸਕਦੀ ਆ, ਆਪੋ ਆਪਣੇ ਰੂਲ ਬਣਾ ਸਕਦੀ ਆ। ਸੋ ਇਹ ਵਿਸ਼ਾ ਮੰਨ ਲਓ ਕਿ ਕਾਹਦੇ ਵਿੱਚ ਆ ਗਿਆ? ਕੌਂਕਰੈਂਟ ਲਿਸਟ। ਉਹ 3 ਭੰਤੀਆਂ ਦੇ ਲਿਸਟਾਂ ਨੇ। ਪਹਿਲੀ ਯੂਨੀਅਨ ਲਿਸਟ। ਯੂਨੀਅਨ ਲਿਸਟ ਦੇ ਵਿੱਚ ਉਹ ਸਾਰੇ ਵਿਸ਼ੇ ਨੇ ਜਿਹਦੇ ਵਿੱਚ ਸੈਂਟਰ ਦੀ ਸਰਕਾਰ ਆਪਣੇ ਰੂਲ ਬਣਾ ਸਕਦੀ ਆ। ਉਦੋਂ ਬਾਅਦ ਆ ਗਈ ਸਟੇਟ ਲਿਸਟ। ਸਟੇਟ ਲਿਸਟ ਦੇ ਵਿੱਚ ਉਹ ਵਿਸ਼ੇ ਨੇ ਜਿਹਦੇ ਉੱਤੇ ਸਟੇਟ ਦੀ ਸਰਕਾਰ ਆ ਜਿਹੜੀ ਉਹ ਆਪਣੇ ਰੂਲਸ ਨੇ ਬਣਾ ਸਕਦੀ ਆ। ਅਤੇ ਥਰਡ ਆ ਗਿਆ ਕੌਂਕਰੈਂਟ ਲਿਸਟ। ਜਿਹੜਾ ਕੌਂਕਰੈਂਟ ਲਿਸਟ ਆ ਇਹ ਉਹ ਵਿਸ਼ੇ ਨੇ ਸਾਰੇ ਜਿਹਦੇ ਉੱਤੇ ਸਟੇਟ ਐਂਡ ਯੂਨੀਅਨ ਦੋਨੋਂ ਗੌਰਮੈਂਟਸ ਆਪੋ ਆਪਣੇ ਰੂਲਸ ਬਣਾ ਸਕਦੀਆਂ ਨੇ। ਪਰ ਜੇਕਰ ਯੂਨੀਅਨ ਗੌਰਮੈਂਟ ਕਿਸੇ ਵੀ ਵਿਸ਼ੇ ਦੇ ਉੱਤੇ ਰੂਲ ਬਣਾਉਂਦੀ ਆ ਤਾਂ ਉਹ ਸਟੇਟ ਦਾ ਨਹੀਂ ਮੰਨਿਆ ਜਾਊਗਾ, ਯੂਨੀਅਨ ਦਾ ਮੰਨਿਆ ਜਾਊਗਾ। ਜੇ ਕਈ ਵਾਰ ਕੋਈ ਅੜਫਸ ਹੋ ਜਾਂਦੀ ਹੈ ਇਹਨਾਂ ਚੀਜ਼ਾਂ ਦੇ ਵਿੱਚ ਵੀ ਸਟੇਟ ਨੇ ਵੀ ਉਸ ਦੇ ਉੱਤੇ ਆਪਣਾ ਰੂਲ ਬਣਾਇਆ ਅਤੇ ਯੂਨੀਅਨ ਨੇ ਵੀ, ਤਾਂ ਯੂਨੀਅਨ ਦੇ ਰੂਲਸ ਨੂੰ ਪ੍ਰਾਇਓਰਟੀ ਕੀਤੀ ਜਾਊਗੀ। ਜਿਹੜਾ 8th ਸ਼ਡਿਊਲ ਆ ਗਿਆ ਜੀ ਆਪਣਾ 8th ਸ਼ਡਿਊਲ ਆ ਗਿਆ ਰਿਲੇਟਡ ਟੂ ਲੈਂਗੁਏਜ। ਇਹਦੇ ਵਿੱਚ ਸੰਵਿਧਾਨ ਦੇ ਵਿੱਚ ਲਿਖੀਆਂ ਗਈਆਂ ਨੇ ਵੀ ਕਿੰਨੀਆਂ ਲੈਂਗੁਏਜ ਨੇ ਜਿਹੜੀਆਂ ਕਿ ਸੰਵਿਧਾਨਿਕ ਤੌਰ 'ਤੇ ਪ੍ਰਮਾਣਿਤ ਨੇ। ਸੋ ਹੁਣ ਤੱਕ ਆਪਣੇ ਕੋਲ 22 ਲੈਂਗੁਏਜ ਨੇ, 22 ਲੈਂਗੁਏਜ ਜਿਹੜੇ ਆਪਣੇ ਸੰਵਿਧਾਨ ਦੇ ਵਿੱਚ ਦਰਜ ਨੇ ਜਿਨ੍ਹਾਂ ਨੂੰ ਪ੍ਰਮਾਣਤਾ ਦਿੱਤੀ ਗਈ ਆ। ਸੋ ਇਹ ਬਹੁਤ ਇੰਪੋਰਟੈਂਟ ਆ ਵੀ ਕਿੰਨੀਆਂ ਲੈਂਗੁਏਜ ਨੂੰ ਪ੍ਰਮਾਣਤਾ ਦਿੱਤੀ ਆ। ਅਤੇ ਇਹ 22 ਦੀ 22 ਲੈਂਗੁਏਜ ਦਾ ਬਾਰੇ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿਹੜੀਆਂ ਕਿਹੜੀਆਂ ਇਹ ਲੈਂਗੁਏਜ ਨੇ ਜਿਹੜੀਆਂ ਕਿ ਸੰਵਿਧਾਨ ਦੇ ਵਿੱਚ ਦਰਜ ਨੇ ਅਤੇ ਉਹਨਾਂ ਨੂੰ ਸੰਵਿਧਾਨਿਕ ਪ੍ਰਮਾਣਤਾ ਮਿਲੀ ਹੋਈ ਆ। 9th ਸ਼ਡਿਊਲ ਦੀ ਗੱਲ ਕਰੀਏ ਜੀ ਤਾਂ 9th ਸ਼ਡਿਊਲ ਰਿਲੇਟਡ ਟੂ ਮੇਨਲੀ ਆ ਗਿਆ ਵੈਲੀਡੇਸ਼ਨ ਆਫ ਸਰਟੇਨ ਐਕਟਸ ਐਂਡ ਰੈਗੂਲੇਸ਼ਨ। ਇੱਥੇ ਤਾਂ ਸਿਰਫ ਲਿਖਿਆ ਵੀ ਵੈਲੀਡੇਸ਼ਨ, ਮੇਨਲੀ ਇਹ ਲੈਂਡ ਰਿਫੋਰਮਸ ਦੇ ਨਾਲ ਸੰਬੰਧਿਤ ਆ। ਜਿਹੜਾ 9ਵਾਂ ਸ਼ਡਿਊਲ ਆਪਣਾ ਇਹ ਜਿਹੜਾ 9th ਸ਼ਡਿਊਲ ਆ ਇਹ ਆ ਗਿਆ ਲੈਂਡ ਰਿਫੋਰਮਸ ਦੇ ਨਾਲ ਸੰਬੰਧਿਤ ਆ। ਲੈਂਡ ਰਿਫੋਰਮਸ ਦੇ ਨਾਲ ਸੰਬੰਧਿਤ ਜਿੰਨੇ ਵੀ ਰੂਲ ਰੈਗੂਲੇਸ਼ਨ ਆ ਉਹ 9th ਸ਼ਡਿਊਲ ਦੇ ਵਿੱਚ ਐਂਟਰ ਕੀਤੇ ਜਾਂਦੇ ਆ। ਮੋਸਟ ਇੰਪੋਰਟੈਂਟ ਇਹ ਤੋਂ ਬਾਅਦ ਆ ਗਿਆ ਜੀ ਜਿਹਦੇ ਉੱਤੇ ਅਕਸਰ ਸਵਾਲ ਬਣ ਜਾਂਦਾ, ਉਹ ਆ ਗਿਆ 10th ਸ਼ਡਿਊਲ। ਇਫ ਵੀ ਟਾਕ ਅਬਾਊਟ 10th ਸ਼ਡਿਊਲ ਇਟ ਇਜ਼ ਆਲਸੋ ਕਾਲਡ ਐਂਟੀ ਡਿਫੈਕਸ਼ਨ ਲਾ। 10ਵੇਂ ਸ਼ਡਿਊਲ ਨੂੰ ਐਂਟੀ ਡਿਫੈਕਸ਼ਨ ਲਾ ਵੀ ਕਿਹਾ ਜਾਂਦਾ। ਇਹ ਇਸ ਸ਼ਡਿਊਲ ਦੇ ਵਿੱਚ ਪ੍ਰੋਵੀਜ਼ਨਸ ਨੇ ਰਿਲੇਟਡ ਟੂ MPs ਐਂਡ MLAs। ਮਤਲਬ ਕਹਿੰਦਾ ਮਤਲਬ ਇਹ ਜੇਕਰ ਕੋਈ MP ਜਾਂ MLA ਆਪਦੀ ਪਾਰਟੀ ਦੇ ਨਾਲ ਗਦਾਰੀ ਕਰਦਾ ਜਾਂ ਪਾਰਟੀ ਛੱਡ ਕੇ ਜਾਂਦਾ, ਉਹ ਪਾਰਟੀ ਕਿੰਨੀ ਇਲੈਕਟਡ ਹੋ ਗਏ ਉਦੋਂ ਬਾਅਦ ਉਹਨੂੰ ਛੱਡ ਜਾਂਦਾ, ਤਾਂ ਇਸ ਦੇ ਵਿੱਚ ਸੰਵਿਧਾਨ ਦੇ ਵਿੱਚ ਐਂਟੀ ਡਿਫੈਕਸ਼ਨ ਲਾ ਦਾ ਪ੍ਰੋਵੀਜ਼ਨ ਕੀਤੀ ਗਈ ਹੈ 10th ਸ਼ਡਿਊਲ ਦੇ ਵਿੱਚ ਵੀ ਉਸ MLA ਜਾਂ MP ਨੂੰ ਲਾਹਿਆ ਜਾ ਸਕਦਾ ਜੇ ਉਹ ਕੋਈ ਵੀ ਇਸ ਪ੍ਰਕਾਰ ਦੀ ਕੋਈ ਨਾ ਕੋਈ ਗਦਾਰੀ ਜਾਂ ਕੋਈ ਨਾ ਕੋਈ ਇਹੋ ਜਿਹਾ ਕਦਮ ਚੁੱਕਦੇ ਆ। ਪਰ ਐਂਟੀ ਡਿਫੈਕਸ਼ਨ ਲਾ ਦਾ ਆਪਣੇ ਬਹੁਤਾ ਹੁਣ ਰੋਲ ਨਹੀਂ ਰਿਹਾ, ਸਿਰਫ ਪੋਲੀਟੀਕਲ ਸਿਸਟਮ ਦੀ ਬੇਸ 'ਤੇ ਸਾਰੀਆਂ ਚੀਜ਼ਾਂ ਹੋ ਚੁੱਕੀਆਂ ਨੇ।
If we talk about 11th schedule, it's related to Panchayati Raj. 11th schedule was included by 73rd amendment. 73ਵੀਂ ਅਮੈਂਡਮੈਂਟ ਹੋਈ ਸੀ ਕੌਂਸਟੀਟਿਊਸ਼ਨ ਦੀ, ਉਸ ਦੇ ਵਿੱਚ 11th ਸ਼ਡਿਊਲ ਆ ਜਿਹੜਾ ਸੰਵਿਧਾਨ ਦੇ ਵਿੱਚ ਐਂਟਰ ਕੀਤਾ ਗਿਆ। 12th ਸ਼ਡਿਊਲ ਐਂਟਰ ਕੀਤਾ ਗਿਆ 74th ਅਮੈਂਡਮੈਂਟ ਦੇ ਵਿੱਚ। 11th ਸ਼ਡਿਊਲ ਰਿਲੇਟਡ ਟੂ ਪੰਚਾਇਤੀ ਰਾਜ, ਕਹਿਣ ਦਾ ਭਾਵ 3 ਟਾਇਰ ਗੌਰਮੈਂਟ ਜਿਹੜੀ ਉਹ 73 ਅਤੇ 74 73rd ਐਂਡ 74th ਅਮੈਂਡਮੈਂਟ ਆਫ ਕੌਂਸਟੀਟਿਊਸ਼ਨ ਦੇ ਨਾਲ 3 ਟਾਇਰ ਸਿਸਟਮ ਜਿਹੜਾ ਗੌਰਮੈਂਟ ਦਾ ਇੰਡੀਆ ਦੇ ਵਿੱਚ ਲਾਗੂ ਕੀਤਾ ਗਿਆ। 11th ਸ਼ਡਿਊਲ ਦੇ ਵਿੱਚ ਪੰਚਾਇਤੀ ਰਾਜ ਸਿਸਟਮ ਦੇ ਵਿੱਚ ਦਰਜ ਕੀਤਾ ਗਿਆ। ਪੰਚਾਇਤ ਨੂੰ ਲੀਗਲ ਜਿਹੜੇ ਅਹੁਦੇ ਦਿੱਤੇ ਗਏ ਨੇ, ਲੀਗਲਿਟੀ ਦਿੱਤੀ ਗਈ ਪੰਚਾਇਤ ਨੂੰ। ਅਤੇ 12th ਸ਼ਡਿਊਲ ਦੇ ਵਿੱਚ ਮਿਊਨਸੀਪੈਲਿਟੀਜ਼ ਨੂੰ ਕੌਂਸਟੀਟਿਊਸ਼ਨਲ ਲਾ ਦੇ ਅੰਡਰ ਲੈ ਕੇ ਆਏ ਆ। ਉਹ ਇਹ 73rd ਐਂਡ 74th ਅਮੈਂਡਮੈਂਟ ਆ 1992 ਦੇ ਵਿੱਚ ਹੋਈਆਂ ਨੇ। 1992 ਦੇ ਵਿੱਚ ਇਹ ਅਮੈਂਡਮੈਂਟਸ ਹੋਈਆਂ ਸੀਗੀਆਂ, ਇਹ ਇੰਪੋਰਟੈਂਟ ਨੇ। ਸੋ ਮੇਨਲੀ ਇਹ ਆਪਣੇ ਕੋਲ 12 ਦੇ 12 ਸ਼ਡਿਊਲ ਸੀਗੇ ਜੀ। ਇਹਦੇ ਵਿੱਚ ਸਭ ਤੋਂ ਜ਼ਰੂਰੀ ਜਿਹੜੇ ਮੇਨ ਜਿਹੜੇ ਕਿਹੜੇ ਸ਼ਡਿਊਲ ਜਿਹੜੇ ਕਿ ਪੇਪਰ ਦੇ ਵਿਊ ਪੁਆਇੰਟ ਤੋਂ ਦੇਖੀ ਆ ਜਾਂਦੇ ਨੇ, ਤਾਂ ਉਹ ਇੱਕ ਤਾਂ ਆ ਜਾਂਦਾ ਜੀ 8ਵੇਂ ਸ਼ਡਿਊਲ ਦੇ ਬਾਰੇ। 8th ਸ਼ਡਿਊਲ ਦੇ ਸੰਬੰਧੀ ਕੁਐਸਚਨ ਬਣ ਜਾਂਦਾ ਵੀ 8ਵੇਂ ਸ਼ਡਿਊਲ ਦੇ ਵਿੱਚ ਆ ਜਾਂਦਾ ਵੀ ਕਿਹੜੀਆਂ ਲੈਂਗੁਏਜ ਨੇ, ਜਾਂ ਕਈ ਵਾਰ ਲੈਂਗੁਏਜ ਦੇ ਨਾ ਹੀ ਬਾਅਦ ਵੀ ਸੰਵਿਧਾਨ ਦੇ ਵਿੱਚ ਇੰਡੀਅਨ ਕੌਂਸਟੀਟਿਊਸ਼ਨ ਦੇ ਵਿੱਚ ਕਿਹੜੀਆਂ ਇਹ 8th ਸ਼ਡਿਊਲ ਦੇ ਵਿੱਚ ਕਿਹੜੀਆਂ ਲੈਂਗੁਏਜ ਆ ਜਿਨ੍ਹਾਂ 'ਚ, ਜਾਂ ਕਿਹੜੀ ਲੈਂਗੁਏਜ ਨਹੀਂ ਹੈਗੀ ਦਰਜ। 4 ਆਪਸ਼ਨ ਦੇ ਦੇਣਗੇ, ਤਾਂ ਉਹਨਾਂ 'ਚੋਂ ਇੱਕ ਲੈਂਗੁਏਜ ਅਜਿਹੀ ਹੋਊ ਜਿਹੜੀ ਕਿ 8th ਸ਼ਡਿਊਲ ਦੇ ਵਿੱਚ ਐਂਟਰ ਨਹੀਂ ਹੈਗੀ। ਤਾਂ ਆਪਾਂ ਨੂੰ ਇਹਦੀਆਂ 22 ਲੈਂਗੁਏਜ ਨੇ ਜਿਹੜੀਆਂ, ਉਹਨਾਂ ਦਾ ਪਤਾ ਹੋਣਾ ਚਾਹੀਦਾ ਵੀ ਕਿਹੜੀਆਂ ਲੈਂਗੁਏਜ ਨੇ ਇਹ। ਇਹਦੇ ਬਾਰੇ ਆਪਾਂ ਵੀਡੀਓ ਵੀ ਪਾਵਾਂਗੇ ਅਲੱਗ। 9th ਸ਼ਡਿਊਲ ਲੈਂਡ ਰਿਫੋਰਮਸ ਦੇ ਨਾਲ ਸੰਬੰਧਿਤ ਆ ਗਿਆ। ਅਤੇ ਮੋਸਟ ਇੰਪੋਰਟੈਂਟ ਆ ਗਿਆ ਆਪਣਾ 10th ਸ਼ਡਿਊਲ। ਕਈ ਵਾਰ ਸਵਾਲ ਆ ਜਾਂਦਾ ਵੀ ਐਂਟੀ ਡਿਫੈਕਸ਼ਨ ਲਾਗ ਆ ਜਿਹੜਾ ਕਿਹੜੇ ਸ਼ਡਿਊਲ ਨੂੰ ਕਿਹਾ ਜਾਂਦਾ, 6ਵੇਂ 7ਵੇਂ 8ਵੇਂ 10ਵੇਂ ਕਿਹੜੇ ਨੂੰ। ਸੋ 10th ਸ਼ਡਿਊਲ ਆ ਜਿਹੜਾ ਆਪਣਾ ਉਹ ਐਂਟੀ ਡਿਫੈਕਸ਼ਨ ਲਾ ਵੀ ਕਿਹਾ ਜਾਂਦਾ ਇਹਨੂੰ। 11th ਐਂਡ 12th ਸ਼ਡਿਊਲ, ਇਹਦੇ ਅਮੈਂਡਮੈਂਟ ਬਹੁਤ ਜ਼ਰੂਰੀ ਨੇ ਵੀ ਇਹ ਕਿਹੜੀ ਅਮੈਂਡਮੈਂਟ ਦੇ ਰਾਹੀਂ ਐਂਟਰ ਕੀਤੇ ਗਏ ਸੰਵਿਧਾਨ ਦੇ ਵਿੱਚ, ਇੰਡੀਅਨ ਕੌਂਸਟੀਟਿਊਸ਼ਨ ਦੇ ਵਿੱਚ ਕਿਸ ਅਮੈਂਡਮੈਂਟ ਰਾਹੀਂ ਪੰਚਾਇਤੀ ਰਾਜ ਲਾਗੂ ਕੀਤਾ ਗਿਆ, ਜਾਂ ਪੰਚਾਇਤੀ ਰਾਜ ਕਿਹੜੇ ਸ਼ਡਿਊਲ ਦੇ ਵਿੱਚ ਐਂਟਰ ਕੀਤਾ ਗਿਆ। ਉਹ 11th ਐਂਡ 12th, 8th 9th 10th 11th ਐਂਡ 12th, ਇਹ ਜਿਹੜੇ 5 ਦੇ 5 ਸ਼ਡਿਊਲ ਨੇ ਬਹੁਤ ਜ਼ਿਆਦਾ ਜ਼ਰੂਰੀ ਨੇ, ਇਹਨਾਂ ਨੂੰ ਜ਼ਰੂਰ ਰਿਪੀਟ ਕਰਿਓ। ਸੋ ਅਗਲੀ ਵੀਡੀਓ ਦੇ ਵਿੱਚ ਆਪਾਂ ਅੱਗੇ ਵੀ ਜੇ ਇੰਡੀਅਨ ਕੌਂਸਟੀਟਿਊਸ਼ਨ ਦੀ ਸੋਰਸਿਸ ਬਾਰੇ ਪੜ੍ਹਾਂਗੇ ਵੀ ਕਿੱਥੋਂ ਕਿਹੜੇ ਕੰਟਰੀ ਦੀ ਕੌਂਸਟੀਟਿਊਸ਼ਨ ਤੋਂ ਕਿਹੜਾ ਪਾਰਟ ਲਿਆਂਦਾ ਗਿਆ। ਜਿਵੇਂ ਫੰਡਾਮੈਂਟਲ ਰਾਈਟਸ ਨੇ ਉਹ USA ਤੋਂ ਲਿਆਂਦੇ ਗਏ ਨੇ, ਜਾਂ ਫੰਡਾਮੈਂਟਲ ਡਿਊਟੀਜ਼ ਨੇ ਉਹ ਕਿੱਥੋਂ ਇੰਕਲੂਡ ਕੀਤੀਆਂ ਗਈਆਂ ਨੇ। ਇਹ ਸਾਰੀਆਂ ਚੀਜ਼ਾਂ ਦੇ ਬਾਰੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਪੜ੍ਹਾਂਗੇ ਜੀ। ਧੰਨਵਾਦ।